ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਦੇ ਨਾਲ ਜੇ ਗੱਲ ਕਹੀਏ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਸ ਲੜਾਈ ਦੇ ਵਿੱਚ ਰਾਜਨੀਤਿਕ ਤੇ ਗੈਰ ਰਾਜਨੀਤਿਕ ਲੋਕ ਲੱਗੇ ਹੋਏ ਨੇ, ਪਰ ਇਸੇ ਦੌਰਾਨ ਕਈ ਤਰ੍ਹਾਂ ਦੀ ਮੁਸ਼ਕਲਾਂ ਵੀ ਪੇਸ਼ ਆ ਰਹੀਆਂ ਨੇ। ਸਰਕਾਰਾਂ ਇੱਕ ਦੂਜੇ ਤੇ ਆਰੋਪ ਪ੍ਰਤਿਆਰੋਪ ਲਗਾਤਾਰ ਲਾ ਰਹੀਆਂ ਨੇਗੀਆਂ। ਉਸ ਮਿਹਣੋ ਮਿਹਣੀ ਦੇ ਵਿੱਚ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਬੇहद ਖਾਸ ਰਿਹਾ। ਆਮ ਆਦਮੀ ਪਾਰਟੀ ਨੇ ਵੀ ਪ੍ਰਦਰਸ਼ਨ ਕਰਿਆ। ਮਨਜੀਤ ਸਿੰਘ ਦੀ ਡਰਾਈਵਰ ਦੀ ਜਿਹੜੀ ਮੌਤ ਹੋਈ ਉਹਦੇ ਵਿੱਚ ਆਪਣੀ ਮੰਗ ਨੂੰ ਰੱਖਦੇ ਹੋਏ ਭਾਜਪਾ ਕਰਨੀ ਵੀ ਪ੍ਰੋਟੈਸਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਨਾਜ ਨਹੀਂ ਵੰਡਿਆ ਜਾ ਰਿਹਾ। ਉੱਥੇ ਕਾਂਗਰਸ ਵੱਲੋਂ ਵੀ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਤਿਰੰਗਾ ਝੰਡਾ ਫਹਿਰਾਉਣ ਦੀ ਆਗਾਜ਼ ਜਿਹੜਾ ਪਹਿਲਾਂ ਕੀਤਾ ਗਿਆ ਸੀਗਾ ਪਾਰਟੀ ਪ੍ਰਧਾਨ ਵੱਲੋਂ। ਉਸ ਤੋਂ ਬਾਅਦ ਜਿਹੜੀ ਅੱਜ ਪੂਰੇ ਦਿਨ ਦੇ ਵਿੱਚ ਕਈ ਨੇਤਾਵਾਂ ਨੇ ਤਿਰੰਗਾ ਝੰਡਾ ਫਹਿਰਾਇਆ ਵੀ, ਪਰ ਤਿਰੰਗਾ ਝੰਡੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਤੇ ਕਾਨੂੰਨ ਬਣੇ ਹੋਏ ਨੇ। ਰਾਸ਼ਟਰੀ ਝੰਡਾ ਹੋਣ ਦੇ ਨਾਤੇ ਉਸ ਦੇ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ, ਕੋਈ ਉੱਚੇ ਬੋਲ ਉਸ ਨੂੰ ਨਹੀਂ ਬੋਲੇ ਜਾ ਸਕਦੇ। ਪਰ ਜਿਸ ਤਰ੍ਹਾਂ ਦੇ ਨਾਲ ਇਹ ਝੰਡਾ ਅੱਜ ਫਹਿਰਾ ਕੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਾਂ ਉਹਨਾਂ ਨੇ ਆਪਣਾ ਇੱਕ ਮੈਸੇਜ ਰੱਖਿਆ, ਕੀ ਉਹ ਸਹੀ ਹੈ, ਕੀ ਉਹ ਕਾਨੂੰਨ ਦੇ ਮੁਤਾਬਕ ਆਂਦਾ ਹੈ? ਸਾਡੇ ਨਾਲ ਸਤਪਾਲ ਜੈਨ ਹੈਗੇ ਨੇਗੇ, ਕਾਨੂੰਨੀ ਮਾਹਰ ਵੀ ਨੇ, ਸੋਲਿਸਿਟਰ ਜਨਰਲ ਵੀ ਹੈਗੇ ਨੇਗੇ ਭਾਰਤ ਸਰਕਾਰ ਦੇ। ਉਹਨਾਂ ਤੋਂ ਜਾਣਾਂਗੇ ਕਿ ਆਖਿਰਕਾਰ ਕੀ ਇਹ ਕੀਤਾ ਜਾ ਸਕਦਾ ਸੀ। ਜਨ ਸਾਹਿਬ, ਜਿਸ ਤਰ੍ਹਾਂ ਦੇ ਨਾਲ ਅੱਜ ਤੁਹਾਨੂੰ ਵੀ ਪਤਾ ਹੀ ਹੋਏਗਾ ਕਿ ਕਾਂਗਰਸ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਰੱਖਿਆ ਗਿਆ ਸੀਗਾ, ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਤਾਂ ਬਹੁਤ ਧਿਆਨ ਰੱਖਿਆ ਗਿਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਖਾਮੀ ਨਹੀਂ ਹੋਈ, ਪਰ ਜੋ ਇਹ ਪੂਰੀ ਇੱਕ ਰੂਪਰੇਖਾ ਦਿੱਤੀ ਗਈ, ਕੀ ਉਹ ਸਹੀ ਹੈ ਕਾਨੂੰਨ ਦੇ ਕਾਗਜ਼ਾਂ ਦੇ ਵਿੱਚ? ਕੋਈ ਇਸ ਪ੍ਰੋਬਲਮ ਦੇ ਇਸ ਇਸ਼ੂ ਦੇ ਦੋ ਤਿੰਨ ਪਹਿਲੂ ਨੇ। ਸਭ ਤੋਂ ਪਹਿਲਾਂ ਤਾਂ ਇਸ ਵੇਲੇ ਵਿਚਾਰਨ ਵਾਲੀ ਗੱਲ ਇਹ ਹੈਗੀ ਹੈ ਕਿ ਅੱਜ ਸਾਰਾ ਮੁਲਕ ਇੱਕ ਬਹੁਤ ਵੱਡੇ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਹੈ। ਸਾਰਾ ਹਿੰਦੁਸਤਾਨ ਲਗਭਗ ਕਰਫਿਊ ਲੋਕਡਾਊਨ ਦੇ ਅੰਦਰ ਬੰਦ ਹੈ ਔਰ ਐਸੇ ਵੇਲੇ ਪੰਜਾਬ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਸੂਬਾ ਹੈ ਹਿੰਦੁਸਤਾਨ ਦਾ, ਉਸ ਦੀ ਸੱਤਾਰੂੜ ਪਾਰਟੀ ਬਜਾਏ ਕਰੋਨਾ ਦੇ ਖਿਲਾਫ ਲੜਾਈ ਲੜਨ ਤੇ ਅਗਰ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਪ੍ਰੋਟੈਸਟ, ਧਰਨੇ, ਪ੍ਰਦਰਸ਼ਨ, ਤੇ ਇਹ ਗੱਲ ਬਿਲਕੁਲ ਵੀ ਵਾਜਿਬ ਨਹੀਂ ਹੈ, ਨਾ ਸਿਆਸੀ ਤੌਰ ਤੇ, ਨਾ ਅਖਲਾਕੀ ਤੌਰ ਤੇ, ਨਾ ਹੀ ਕਾਨੂੰਨੀ ਤੌਰ ਤੇ। ਦੂਜੀ ਗੱਲ, ਜਿੱਥੋਂ ਤੱਕ ਰਾਸ਼ਟਰੀ ਝੰਡਾ ਨੈਸ਼ਨਲ ਫਲੈਗ ਅੱਜ ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਇਸਤੇਮਾਲ ਕੀਤਾ, ਮੈਂ ਮਹਿਸੂਸ ਕਰਦਾ ਕਿ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹੈ। ਹਿੰਦੁਸਤਾਨ ਦਾ ਨੈਸ਼ਨਲ ਫਲੈਗ ਹਿੰਦੁਸਤਾਨ ਦਾ ਨੈਸ਼ਨਲ ਫਲੈਗ ਹੈ। 26 ਜਨਵਰੀ, 15 ਅਗਸਤ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਆਪਣੀ ਜਗ੍ਹਾ ਜਿੱਥੇ ਜਿੱਥੇ ਵੀ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਉਹ ਲਹਿਰਾਉਂਦੇ ਨੇ। ਇਸ ਦੀ ਜੋ ਵੀ ਨੈਸ਼ਨਲ ਐਂਥਮ ਨੇ, ਸਾਡੇ ਨੈਸ਼ਨਲ ਫਲੈਗ ਹੈ, ਨੈਸ਼ਨਲ ਐਂਬਲਮ ਹੈ, ਇਹਨਾਂ ਸਾਰਿਆਂ ਦੀ ਕੋਈ ਬਦਮਜ਼ਗੀ ਨਾ ਕਰੇ, ਕੋਈ ਬੇਇੱਜ਼ਤੀ ਨਾ ਕਰੇ, ਕੋਈ ਉਹਨਾਂ ਦਾ ਡਿਸਓਨਰ ਨਾ ਕਰੇ। ਇਸ ਵਾਸਤੇ ਹਿੰਦੁਸਤਾਨ 'ਚ ਦੀ ਪ੍ਰੀਵੈਂਸ਼ਨ ਆਫ ਇਨਸਲਟਸ ਟੂ ਨੈਸ਼ਨਲ ਔਨਰ ਐਕਟ 1971 ਬਣਿਆ ਹੋਇਆ। ਉਸ ਦੇ ਅੰਡਰਗਤ ਉਸ ਤੋਂ ਬਾਅਦ ਨੈਸ਼ਨਲ ਫਲੈਗ ਕੋਡ ਵੀ ਜਾਰੀ ਹੋਇਆ, ਜਿਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਨੈਸ਼ਨਲ ਫਲੈਗ ਨੂੰ ਕਿਹੜੇ ਕਿਹੜੇ ਤਰੀਕੇ ਨਾਲ ਕਿਵੇਂ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਨੈਸ਼ਨਲ ਫਲੈਗ ਕੋਡ ਦੇ ਵਿੱਚ ਵੀ ਔਰ ਐਕਟ ਦੇ ਅੰਦਰ ਵੀ ਕਿਸੇ ਥਾਂ 'ਤੇ ਇਹ ਪ੍ਰਾਵਧਾਨ ਨਹੀਂ ਹੈ ਕਿ ਨੈਸ਼ਨਲ ਫਲੈਗ ਨੂੰ ਕਿਸੇ ਪ੍ਰੋਟੈਸਟ ਵਾਸਤੇ, ਜਿਹੜਾ ਪੋਲੀਟੀਕਲ ਪ੍ਰੋਟੈਸਟ ਹੈ, ਉਸ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ। ਅੱਜ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਉਹਦੇ 'ਚ ਨੈਸ਼ਨਲ ਫਲੈਗ ਇਸਤੇਮਾਲ ਕੀਤਾ ਹੈ। ਦੂਜੀ ਗੱਲ, ਨੈਸ਼ਨਲ ਫਲੈਗ ਦਾ ਲਹਿਰਾਉਣ ਦਾ, ਨੈਸ਼ਨਲ ਫਲੈਗ ਨੂੰ ਉਤਾਰਨ ਦਾ ਇਹ ਬਕਾਇਦਾ ਸਾਰਾ ਕੋਡ ਪ੍ਰਿਸਕ੍ਰਾਈਬਡ ਹੈ। ਤੁਸੀਂ ਵੇਖਿਆ ਹੋਣਾ ਰਾਸ਼ਟਰਪਤੀ ਭਵਨ ਜਾਂ ਸੰਸਦ ਜਾਂ ਰਾਜ ਭਵਨ, ਜਿੱਥੇ ਵੀ ਕਿਸੇ ਸਰਕਾਰੀ ਬਿਲਡਿੰਗ 'ਤੇ ਰਾਸ਼ਟਰੀ ਝੰਡਾ ਫਹਿਰਾਇਆ ਜਾਂਦਾ ਹੈ, ਉਹ ਸਵੇਰੇ ਉੱਥੇ ਫਹਿਰਾਇਆ ਜਾਏਗਾ ਔਰ ਸ਼ਾਮ ਨੂੰ ਪੂਰੇ ਮਾਨ ਸਨਮਾਨ ਦੇ ਨਾਲ ਸੈਲੂਟ ਕਰਕੇ ਉਸ ਨੂੰ ਨੀਚੇ ਉਤਾਰਿਆ ਜਾਏਗਾ। तो इस करके राष्ट्रीय झंडा नैशनल फ्लैग कोई ऐसी चीज़ नहीं है जिन्होंने लैके तुसी कदे भी किते भी जो कुछ चाहे वो कर सकते हो। अज जिहड़ा कांग्रेस पार्टी ने प्रोटेस्ट किया है और उसके नैशनल फ्लैग को इस्तेमाल किया है, ये नैशनल फ्लैग की तौहीन है, इंसल्ट है। और मैं समझदा कि उहदे विच दुख की गल ये है कि करन वाले वजीर भी शामिल ने जिन्हों ने हिंदुस्तान के संविधान की सौं चकी हुई है। ये एक्ट बिल्कुल कानून की मुखालफत है। और मैं वेख्या है कि कई थावां ते लोगों ने एवं बड़े कैजुअली नैशनल फ्लैग फड़िया होया है, किसी ने तो एक तो थां ते पूरी बांध उपर हैगी है कि जाने किसी ने इत्थे लगाया होया, वो किवें लैके आए, किवें उन्होंने डिस्ट्रीब्यूट किया, किवें उन्होंने डिस्पोज ऑफ किया, ये सारी चीज़ां जिहड़ियां ने ये कानून की खिलाफवर्जी है। और मैं समझदा कि इन्हां दे सारे दे खिलाफ कानूनी कार्रवाई हो सकती है। यानी कि जन साहब जे कहा जाए कि बेशक उस दौरान जी कि उन्होंने अपनी गल रखनी चाहिए, प्रोटेस्ट करना चाहे तो उस दौरान जे उसनूं यूज़ भी करिया तो उहदे यूज़ करन दे विच भी यानी कि एक पूरी मान्यता बनी हुई है। जे आपां कहीए कि धार्मिक तौर पर भी तरीके हुंदे ने जिवें हर एक धर्म दे विच, तो उवें नैशनल फ्लैग नूं लैके भी एक रूल रेगूलेशन बनी है कि तुसीं उहनूं किवें चुकना है, किवें धरना है, ते बाद दे विच उहदी कोई जे कहीए कि उहदी शान दे विच कोई झुकाव ना आवे। नैशनल मैं क्या ना प्रिवेंशन ऑफ इंसल्ट टू नैशनल ऑनर एक्ट 1971 और उस तो बाद नैशनल फ्लैग कोड पूरी तरह प्रेस्क्राइब्ड है। जिमें मान लो कोई 4 वजीर जिहड़े कि अपनी कार ते नैशनल एंथम फ्लैग लगाने के अधिकारी ने, वो किसी थां ते अगर कोई प्रोग्राम अटेंड करते हैं
ਤੇ ਬਿਲਕੁਲ ਸਾਫ਼ ਲਿਖਿਆ ਹੈ ਕਿ ਨੈਸ਼ਨਲ ਫਲੈਗ ਕਿੱਥੇ ਰੱਖਿਆ ਜਾਏਗਾ, ਕਿੰਨੇ ਸਾਈਜ਼ ਦਾ ਹੋਏਗਾ। ਤੁਸੀਂ ਨੈਸ਼ਨਲ ਫਲੈਗ ਨੂੰ ਉਸ ਟੇਬਲ ਤੇ ਰੱਖ ਸਕਦੇ ਹੋ ਜਿੱਥੇ ਮੰਤਰੀ ਜਾਂ ਬਾਕੀ ਲੋਕ ਬੈਠੇ ਹੋਏ ਨੇ, ਪਰ ਜਿਸ ਡੈਸਕ ਤੇ ਉਹ ਬੋਲਣ ਲੱਗੇ ਨੇ, ਡੈਸਕ ਦੇ ਨਾਲ ਨੈਸ਼ਨਲ ਫਲੈਗ ਨਹੀਂ ਬੰਨ ਸਕਦੇ ਹੋ, ਮਾਈਕ ਦੇ ਨਾਲ ਨਹੀਂ ਬੰਨ ਸਕਦੇ ਹੋ। ਸਰਕਾਰੀ ਕਾਰ ਜਿਹੜੇ ਲੋਕ ਅਥੋਰਾਈਜ਼ ਨੇ, ਮਿਨਿਸਟਰਸ, MP, MLA, ਬਾਕੀ ਲੋਕ ਜਿਹੜੇ ਨੇ, ਉਹ ਨੈਸ਼ਨਲ ਫਲੈਗ ਆਪਣੀ ਕਾਰ ਤੇ ਲਗਾਉਣ ਵਾਸਤੇ ਅਥੋਰਾਈਜ਼ ਨਹੀਂ ਹੈਗੇ ਨੇ, ਉਹ ਨਹੀਂ ਲਗਾ ਸਕਦੇ ਨੇ। ਇਸ ਕਰਕੇ ਜੋ ਵੀ ਨੈਸ਼ਨਲ ਫਲੈਗ ਦਾ ਮਾਨ ਸਨਮਾਨ ਕਰਨ ਵਾਸਤੇ ਕੀ ਕੀ ਕਰਨਾ ਜ਼ਰੂਰੀ ਹੈ, ਇਹ ਸਾਰਾ ਨੈਸ਼ਨਲ ਫਲੈਗ ਕੋਡ 'ਚ ਲਿਖਿਆ ਹੋਇਆ ਹੈ। ਔਰ ਅੱਜ ਦੀ ਜੋ ਉਹਨਾਂ ਦੀ ਕਾਰਵਾਈ ਹੈ, ਜੋ ਹਰਕਤ ਹੈ, ਨੈਸ਼ਨਲ ਫਲੈਗ ਨੂੰ ਇੱਕ ਪੋਲੀਟੀਕਲ ਪ੍ਰੋਟੈਸਟ ਵਾਸਤੇ ਯੂਜ਼ ਕਰਨਾ, ਉਹ ਬਹੁਤ ਹੀ ਗੈਰ ਕਾਨੂੰਨੀ ਹੈ। ਕਿਉਂਕਿ ਅੱਜ ਦੇ ਪ੍ਰੋਟੈਸਟ ਦਾ ਕਿਸੇ ਕਿਸਮ ਦੇ ਨੈਸ਼ਨਲ ਐਂਥਮ ਨਾਲ, ਫਲੈਗ ਨਾਲ, ਕਿਸੇ ਨਾਲ ਕੋਈ ਤਾਲੁਕ ਨਹੀਂ ਸੀ। ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਜਦੋਂ ਅਸੀਂ ਨੈਸ਼ਨਲ ਫਲੈਗ ਨੂੰ ਚੱਕਦੇ ਹਾਂ ਤਾਂ ਉਹਦਾ ਯਾਨੀ ਕਿ ਕਾਰਨ ਵੀ ਹੈ ਜਿਹੜਾ ਉਹ ਵੀ ਸਪਸ਼ਟ ਹੈਗੇ ਨੇ ਵੀ ਤੁਸੀਂ ਹਰ ਇੱਕ ਕਾਰਨ ਵਾਸਤੇ ਨਹੀਂ ਉਹਨੂੰ ਚੁੱਕ ਸਕਦੇ। ਕਹਿ ਰਹੇ ਕਿ ਜਿਹੜੇ ਫੰਕਸ਼ਨ ਪ੍ਰੈਸਕ੍ਰਾਈਬ ਨੇ, ਸਰਕਾਰੀ ਫੰਕਸ਼ਨ ਹੋਣਗੇ, ਨੈਸ਼ਨਲ ਫਲੈਗ ਕਿਵੇਂ ਟੇਬਲ ਤੇ ਰੱਖਿਆ ਜਾਏਗਾ, ਕਿਵੇਂ ਲਹਿਰਾਇਆ ਜਾਏਗਾ, ਕਿਵੇਂ ਉਤਾਰਿਆ ਜਾਏਗਾ, ਕਿਸ ਸਾਈਜ਼ ਦਾ ਹੋਏਗਾ, ਕਿਸ ਤਰੀਕੇ ਨਾਲ ਡਿਸਪੋਜ਼ ਆਫ ਹੋਏਗਾ। 26 ਜਨਵਰੀ ਨੂੰ ਕਈ ਵਾਰ ਜਦੋਂ ਬੱਚਿਆਂ ਕੋਲ ਅਸੀਂ ਦੇਖਦੇ ਹਾਂ ਉਹਨਾਂ ਨੂੰ ਨੈਸ਼ਨਲ ਫਲੈਗ ਦਿੱਤਾ ਜਾਂਦਾ ਹੈ, ਉਹ ਲਹਿਰਾ ਰਹੇ ਹੁੰਦੇ ਨੇ, ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਜਦੋਂ ਆ ਰਹੇ ਹੁੰਦੇ ਨੇ, ਲੇਕਿਨ ਉਹ ਲਹਿਰਾ ਰਹੇ ਹੋ ਰਹੇ ਨੇ ਉੱਪਰ ਉਹਨਾਂ ਨੂੰ, ਔਰ ਉਸ ਤੋਂ ਬਾਅਦ ਬਕਾਇਦਾ ਉਹਨਾਂ ਨੂੰ ਮਾਨ ਸਨਮਾਨ ਨਾਲ ਦਿੱਤਾ ਜਾਂਦਾ ਹੈ। ਫਿਰ ਮਾਨ ਸਨਮਾਨ ਦੇ ਨਾਲ ਉਹ ਡਿਸਪੋਜ਼ ਆਫ ਹੁੰਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕਿਤੇ ਵੀ ਉਹਨੂੰ ਗੇਰ ਕੇ ਚਲੇ ਜਾਓ, ਕਿਸੇ ਥਾਂ ਤੇ ਵੀ ਉਹ ਕਰ ਲਓ। ਪੋਲੀਟੀਕਲ ਪ੍ਰੋਟੈਸਟ ਵਾਸਤੇ, ਧਰਨੇ ਪ੍ਰਦਰਸ਼ਨ ਵਾਸਤੇ ਜਿਹੜਾ ਪਰਪਸ ਪਿਓਰਲੀ ਪੋਲੀਟੀਕਲ ਹੈ, ਰਾਜਨੀਤਿਕ ਹੈ, ਉਸ ਵਾਸਤੇ ਨੈਸ਼ਨਲ ਫਲੈਗ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਔਰ ਇਹ ਨੈਸ਼ਨਲ ਫਲੈਗ ਦਾ ਇਸਤੇਮਾਲ ਕਰਨਾ ਕਾਨੂੰਨ ਵਰਜ਼ੀ ਹੈ, ਕਾਨੂੰਨ ਦੀ ਮੁਖਾਲਫਤ ਹੈ। ਔਰ ਸੈਕਸ਼ਨ 2 ਦੇ ਅੰਦਰ 3 ਸਾਲ ਤੱਕ ਔਰ ਜੁਰਮਾਨਾ ਦੋਨੋਂ ਦੀ ਸਜ਼ਾ ਉਹਨਾਂ ਨੂੰ ਹੋ ਸਕਦੀ ਹੈ ਜੋ ਇਸ ਦੀ ਤੋਹੀਨ ਕਰਦੇ ਹਨ। ਯਾਨੀ ਕਿ ਜੇਕਰ ਹੁਣ ਗੱਲ ਇਹ ਆ ਗਈ ਹੈ ਕਿ ਆਖਿਰਕਾਰ ਕੌਣ ਅੱਗੇ ਵੱਧ ਕੇ ਨੈਸ਼ਨਲ ਫਲੈਗ ਦੀ ਜੋ ਵੀ ਰੂਲ ਰੈਗੂਲੇਸ਼ਨ ਜਾਂ ਕਾਨੂੰਨ ਤੋੜਿਆ ਹੈਗਾ ਉਹਨੂੰ ਲੈ ਕੇ ਕੌਣ ਪੁਲਿਸ ਤੱਕ ਪਹੁੰਚਦਾ, ਯਾਨੀ ਕਿ ਇਸ ਚੀਜ਼ ਦਾ ਇੰਤਜ਼ਾਰ ਰਹੇਗਾ ਹੁਣ। ਪੁਲਿਸ ਦੇ ਵਿੱਚ ਕੋਈ ਕੰਪਲੇਂਟ ਕਰ ਸਕਦਾ ਹੈ, ਕ੍ਰਿਮੀਨਲ ਕੰਪਲੇਂਟ ਫਾਈਲ ਕਰ ਸਕਦਾ, ਉਸਦੇ ਸਾਰੇ ਕਾਨੂੰਨੀ ਹੱਕ। ਮੈਂ ਇੱਕ ਹੋਰ ਦੂਜੀ ਗੱਲ ਵੀ ਕਹਿਣਾ ਚਾਹੁੰਦਾ, ਪਿਛਲੇ ਲਗਭਗ 20-21 ਮਾਰਚ ਤੋਂ ਲਗਭਗ 1.5 ਮਹੀਨਾ ਹੋ ਗਿਆ, ਹਾਲੇ 17 ਮਈ ਤੱਕ ਫਿਰ ਚੱਲਣਾ ਹੈ ਜੋ ਅੱਜ ਖਬਰਾਂ ਆ ਰਹੀਆਂ ਨੇ। 2 ਮਹੀਨੇ ਤੋਂ ਸਾਰਾ ਹਿੰਦੁਸਤਾਨ 'ਚ ਘਰਾਂ 'ਚ ਬੰਦ ਹੈ। ਲੋਕਾਂ ਦੇ ਰਿਸ਼ਤੇਦਾਰ, ਕਿਸੇ ਦਾ ਪਿਤਾ, ਕਿਸੇ ਦਾ ਮਾਤਾ ਜੀ, ਕਿਸੇ ਦਾ ਭਰਾ, ਕਿਸੇ ਦੀ ਭੈਣ ਹਸਪੀਟਲ 'ਚ ਐਡਮਿਟਡ ਹੈ। ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਕਿ ਉਹ ਬਚ ਕੇ ਆਉਣਗੇ, ਨਹੀਂ ਆਉਣਗੇ। ਸਭ ਲੋਕ ਘਰਾਂ 'ਚ ਬੈਠੇ ਨੇ, ਕਿਸੇ ਨੂੰ ਖਾਣਾ ਮਿਲ ਰਿਹਾ, ਨਹੀਂ ਮਿਲ ਰਿਹਾ, ਸਾਰੀਆਂ ਸਰਕਾਰਾਂ ਉਹ ਕਰ ਰਹੀਆਂ ਨੇ। ਕੀ ਇੱਕ ਰੂਲਿੰਗ ਪਾਰਟੀ ਜੋ ਪੰਜਾਬ ਦੀ ਰੂਲਿੰਗ ਪਾਰਟੀ ਹੈ, ਐਸੇ ਮੌਕੇ ਉੱਤੇ ਜਦੋਂ ਅਸੀਂ ਲੜਾਈ ਦੇ ਮੈਦਾਨ 'ਚ ਔਰ ਸਾਰਾ ਹਿੰਦੁਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਦਾਰਤ ਵਿੱਚ ਇੰਨੀ ਵੱਡੀ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਿਹਾ ਹੈ, ਨਰਿੰਦਰ ਮੋਦੀ ਦੀ ਸਦਾਰਤ 'ਚ ਸਰਕਾਰ ਤੇ ਕਰੋਨਾ ਦੇ ਖਿਲਾਫ ਲੜਾਈ ਲੜ ਰਹੀ ਹੈ। ਔਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਆਪਣੀ ਲੀਡਰਸ਼ਿਪ ਦੇ ਅੰਤਰਗਤ ਕਰੋਨਾ ਦੇ ਖਿਲਾਫ ਲੜਾਈ ਲੜਨ ਦੀ ਬਜਾਏ ਸਰਕਾਰ ਦੇ ਖਿਲਾਫ ਹੀ ਲੜਾਈ ਲੜ ਰਹੀ ਹੈ। ਪਰ ਉਹ ਜਨ ਸਾਹਿਬ ਕਹਿੰਦੇ ਵੀ ਕੀ ਕਰੀਏ, ਸਾਡਾ ਵੀ ਜਿਹੜਾ ਦੁੱਖ ਹੈਗਾ ਉਹ ਵੀ ਅਸੀਂ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਹੈਗਾ, ਕਿਉਂਕਿ ਕਈ ਤਰ੍ਹਾਂ ਦੇ ਉਹ ਸੋਚਦੇ ਨੇ ਵੀ ਸ਼ਾਇਦ ਕੇਂਦਰ ਸਰਕਾਰ ਭੇਦਭਾਵ ਕਰ ਰਹੀ ਹੈ, ਜਿਹੜਾ ਉਹਨਾਂ ਦਾ ਅੱਜ ਇੱਕ ਮੋਟੋ ਵੀ ਸੀ ਹੈਗਾ। ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ। ਅੱਜ ਕਿਸੇ ਕਿਸਮ ਦੀ ਸਟ੍ਰਾਈਕ ਦਾ, ਪ੍ਰੋਟੈਸਟ ਦਾ, ਧਰਨੇ ਦਾ ਸਾਰਵਜਨਿਕ ਰੂਪ ਤੇ ਕਰਨ ਦਾ ਕੋਈ ਅੱਜ ਕੋਈ ਉਹਦਾ ਮਕਸਦ ਨਹੀਂ ਹੈ, ਉਸਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ, ਔਚਿਤਯ ਉਹਦਾ ਕੋਈ ਨਹੀਂ ਹੈਗਾ। ਤੁਸੀਂ ਗੱਲ ਕਹੋ PM ਨਾਲ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਪਿਛਲੇ 2 ਮਹੀਨਿਆਂ ਚੋਂ ਸਾਰੇ ਆਪਣੇ ਸੰਬੋਧਨਾਂ 'ਚ ਇੱਕ ਵੀ ਗੱਲ ਉਹ ਨਹੀਂ ਕੀਤੀ ਜਿਹਦਾ ਕੋਈ ਸਿਆਸੀ ਮਤਲਬ ਨਿਕਲਦਾ ਹੋਵੇ। ਜੋ ਵੀ ਉਹ ਐਕਸਟੈਂਸ਼ਨ ਕਰਨ ਦੀ ਗੱਲ ਕਰਦੇ ਨੇ, ਲਗਾਉਣ ਦੀ ਗੱਲ ਕਰਦੇ ਨੇ, ਚਾਹੇ ਉਹ ਵੈਸਟ ਬੰਗਾਲ ਹੋਏ, ਚਾਹੇ ਪੰਜਾਬ ਹੋਏ, ਚਾਹੇ ਕੇਰਲਾ ਹੋਏ, ਸਾਰੇ ਮੁੱਖ ਮੰਤਰੀਆਂ ਨਾਲ ਬਕਾਇਦਾ ਬਰਾਬਰ ਦੀ ਕੰਸਲਟੇਸ਼ਨ ਹੋ ਰਹੀ ਹੈ, ਸਾਰੇ ਮੁੱਖ ਮੰਤਰੀਆਂ ਦੀ ਰਾਏ ਲਿੱਤੀ ਜਾ ਰਹੀ ਹੈ। ਬਲਕਿ ਪੰਜਾਬ ਨੇ ਤੇ ਕਰਫਿਊ ਸੈਂਟਰ ਸਰਕਾਰ ਦੇ ਲਗਾਉਣ ਤੋਂ ਪਹਿਲੇ ਵੀ ਲਗਾ ਦਿੱਤਾ ਸੀ। ਇਹ ਮੌਕਾ ਮਿਲ ਕੇ ਕੰਮ ਕਰਨ ਦਾ ਹੈ। ਜਦੋਂ ਅਸੀਂ ਲੜਾਈ ਦੇ ਮੈਦਾਨ 'ਚ ਹੈਗੇ ਆ ਨਾ, ਲੜਾਈ ਦੇ ਮੈਦਾਨ 'ਚ ਆ ਕੇ ਆਪਣੀਆਂ ਫੌਜਾਂ ਦੇ ਖਿਲਾਫ, ਆਪਣੇ ਜਰਨੈਲ ਦੇ ਖਿਲਾਫ ਲੜਾਈ ਲੜਨਾ, ਲੜਾਈ ਨੂੰ ਕਮਜ਼ੋਰ ਕਰਨਾ ਹੁੰਦਾ ਹੈ। ਇਸ ਕਰਕੇ ਮੇਰੀ ਕੈਪਟਨ ਸਾਹਿਬ ਬਹੁਤ ਹੀ ਰਿਸਪੌਂਸਿਬਲ ਆਦਮੀ ਨੇ ਔਰ ਕਾਂਗਰਸ ਦੀ ਲੀਡਰਸ਼ਿਪ ਨੂੰ ਬੇਨਤੀ ਹੈ, ਇਹ ਕ੍ਰਾਈਸਿਸ ਦਾ ਵਕਤ ਹੈ, ਸੰਕਟ ਦਾ ਵਕਤ ਹੈ, ਇਸ ਵੇਲੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਅਗਰ ਆਪਸ ਦੇ ਵਿੱਚ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਗੱਲ ਨਿਕਲੇਗੀ, ਉਸ ਦੇ ਨਾਲ ਜਿਹੜੀ ਕਰੋਨਾ ਦੇ ਖਿਲਾਫ ਲੜਾਈ ਹੈ ਉਹ ਕਮਜ਼ੋਰ ਪੈ ਸਕਦੀ ਹੈ। ਪੈਸੇ ਆ ਜਾਣਗੇ, ਪੈਸੇ ਕਿਤੇ ਨਹੀਂ ਜਾਂਦੇ। ਪਹਿਲੇ ਵੀ ਤਾਂ ਮਦਦ ਆਈ ਹੈ, ਬਾਕੀ ਸੂਬਿਆਂ 'ਚ ਵੀ ਮਦਦ ਗਈ ਹੈ, ਔਰ ਮਦਦ ਲੈਣ ਦਾ ਤਰੀਕਾ ਅੱਜ ਦੇ ਹਾਲਾਤ ਦੇ ਵਿੱਚ ਪ੍ਰੋਟੈਸਟ, ਡੈਮੋਨਸਟ੍ਰੇਸ਼ਨ ਹੈ, ਔਰ ਇਹ ਉਹ ਮੈਂ ਸਮਝਦਾ ਕਿ ਉਸ ਦੀ ਰਿਕੁਆਇਰਮੈਂਟ ਅੱਜ ਦੇ ਦੌਰ ਵਿੱਚ ਕੋਈ ਜਸਟੀਫਿਕੇਸ਼ਨ ਨਹੀਂ। ਜਨ ਸਾਹਿਬ ਇੱਕ ਅਖੀਰ 'ਚ ਇਹ ਗੱਲ ਵੀ ਦੱਸੋ ਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਕਾਨੂੰਨ ਦੇ ਵਿੱਚ, ਖੈਰ ਸਾਨੂੰ ਤਾਂ ਬਹੁਤੀ ਕਾਨੂੰਨ ਦੀ ਨੌਲੇਜ ਹੈ ਨਹੀਂ, ਪਰ ਸੁਣਨ ਨੂੰ ਗੱਲਾਂ ਮਿਲਦੀਆਂ ਨੇ ਕਿ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਜੇ ਕੋਈ ਆਮ ਬੰਦਾ ਕਰਦਾ ਜਿਹਨੂੰ ਸਮਝ ਨਹੀਂ ਹੈਗੀ ਕਾਨੂੰਨ ਬਾਰੇ, ਤਾਂ ਉਹਦੇ ਪ੍ਰਤੀ ਰਵੱਈਆ ਹੋਰ ਤਰ੍ਹਾਂ ਦਾ ਹੁੰਦਾ ਕਾਨੂੰਨ ਦਾ। ਪਰ ਜਿਹਨੂੰ ਪਤਾ ਹੈ, ਯਾਨੀ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਇੱਕ ਮੰਤਰੀ ਨੂੰ ਪਤਾ ਉਹਦੀ ਗਰਿਮਾ ਕੀ ਹੈ ਤਿਰੰਗੇ ਝੰਡੇ ਦੀ, ਜੇ ਇਸ ਤਰ੍ਹਾਂ ਦੇ ਲੋਕ ਇਹ ਗੱਲਾਂ ਕਰਦੇ ਨੇ, ਯਾਨੀ ਕਿਤੇ ਨਾ ਕਿਤੇ ਉਹ ਗੰਭੀਰ ਇੱਕ ਸਥਿਤੀ ਬਣ ਜਾਂਦੀ ਹੈ। ਨਹੀਂ, ਬਿਲਕੁਲ ਇਹ ਗੱਲ ਜਿਹੜੀ ਹੈ ਨਾ, ਕਾਨੂੰਨ ਸਭ ਤੋਂ ਪਹਿਲੇ ਕੋਈ ਵੀ ਅਪਰਾਧ ਹੋਣ ਤੋਂ ਪਹਿਲੇ, जैसे मान लो किसी का कत्ल हो गया तो कानून सबसे पहले ये सवाल करता है कि भी मकसद की सी, अचानक हो गया या जानबूझ के होया। अगर जानबूझ के कत्ल कर दो तो सेक्शन दूसरा लगता है,
ਅਗਰ ਤੁਹਾਡਾ ਅਣਜਾਣੇ 'ਚ ਕਤਲ ਹੋ ਗਿਆ ਤਾਂ ਸੈਕਸ਼ਨ ਦੂਸਰਾ ਲੱਗਦਾ ਹੈ। ਆਈਪੀਸੀ ਦੇ ਵਿੱਚ ਸਾਰੀਆਂ ਧਾਰਾਵਾਂ ਹੈ ਨੇ ਕਿ ਜਿਹੜਾ ਤੁਸੀਂ ਜ਼ੁਲਮ ਕਰਦੇ ਹੋ ਕੌਣ ਸੀ ਸੈਕਸ਼ਨ ਲੱਗਦੀ ਹੈ। ਅਗਰ ਜਾਣ ਬੁੱਝ ਕੇ ਤੁਸੀਂ ਨੋਇੰਗਲੀ ਵਿਲਿੰਗਲੀ ਇੰਟੈਂਸ਼ਨਲੀ ਕਿਸੇ ਕਾਨੂੰਨ ਦੀ ਮੁਖਾਲਫਤ ਕਰਦੇ ਹੋ ਤਾਂ ਸਜ਼ਾ ਹੋਰ ਜ਼ਿਆਦਾ ਹੁੰਦੀ ਹੈ। ਔਰ ਇਹ ਜਿਹੜਾ ਇਹਨਾਂ ਨੇ ਕੀਤਾ ਹੈ ਇਹਨਾਂ ਸਾਰਿਆਂ ਨੂੰ ਪਤਾ ਹੈ, ਇਹਨਾਂ ਨੇ ਸਹੁੰ ਚੱਕੀ ਹੋਈ ਹੈ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ। ਇਸ ਕਰਕੇ ਇਹਨਾਂ ਦਾ ਅਪਰਾਧ ਹੋਰ ਵੀ ਗੰਭੀਰ ਹੋ ਜਾਂਦਾ ਹੈ, ਇਹਨਾਂ ਨੂੰ ਮਾਫ ਕਰਨ ਦਾ ਕੋਈ ਮਤਲਬ ਨਹੀਂ। ਦੂਜੀ ਗੱਲ, ਹਿੰਦੁਸਤਾਨ ਦੇ ਸੰਵਿਧਾਨ ਦਾ ਆਰਟੀਕਲ 51A ਫੰਡਾਮੈਂਟਲ ਡਿਊਟੀਜ਼, ਉਹ ਹਰ ਨਾਗਰਿਕ ਦੀ ਇਹ ਡਿਊਟੀ ਹੈ ਕਿ ਉਹ ਰਾਸ਼ਟਰੀ ਧਵਜ, ਰਾਸ਼ਟਰੀ ਐਂਬਲਮ, ਸਾਰੇ ਜਿੰਨੇ ਸਾਡੇ ਰਾਸ਼ਟਰ ਦੇ ਚਿੰਨ੍ਹ ਹੈਗੇ ਨੇ ਉਹਨਾਂ ਸਭ ਦਾ ਮਾਨ ਸਨਮਾਨ ਕਰੇ। ਇਹ ਉਹਨਾਂ ਦੀ ਜਿਹੜੀ ਅੱਜ ਦੀ ਕਾਰਵਾਈ ਹੈ ਇਹ ਨੈਸ਼ਨਲ ਫੰਡਾਮੈਂਟਲ ਡਿਊਟੀ ਦੀ ਵੀ ਮੁਖਾਲਫਤ ਹੈ। ਬਿਲਕੁਲ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਬੇਸ਼ੱਕ ਸਾਰੀਆਂ ਪਾਰਟੀਆਂ ਨੇ ਆਪਦੀ ਕਰੋਨਾ ਮਹਾਮਾਰੀ ਦੇ ਵਿੱਚ ਸਾਰੇ ਸੋਸ਼ਲ ਡਿਸਟੈਂਸ ਦੀ ਗੱਲ ਹੋਵੇ ਚਾਹੇ ਬਾਕੀ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪਣੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਦਾ ਅੱਜ ਦਾ ਪ੍ਰਦਰਸ਼ਨ ਰਿਹਾ ਉਹਨੂੰ ਲੈ ਕੇ ਜਿਵੇਂ ਕਿ ਕਾਨੂੰਨੀ ਮਾਹਰਾਂ ਨੇ ਦੱਸਿਆ ਕਿ ਜਿਸ ਨੂੰ ਪੂਰੀ ਸਮਝ ਹੈਗੀ ਹੈ, ਜਿਨ੍ਹਾਂ ਨੇ ਸਹੁੰ ਚੱਕੀ ਹੈ, ਇਸ ਕਾਨੂੰਨ ਦੀ ਰਾਖੀ ਦੀ ਸ਼ਪਥ ਲੈਤੀ ਹੈਗੀ ਹੈ ਤੇ ਨਾਲੋਂ ਨਾਲ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਗੱਲਾਂ ਧਿਆਨ 'ਚ ਰੱਖਣ ਦੀ ਗੱਲ ਕੀਤੀ ਹੈ, ਜੇਕਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਉਹ ਸਿਰੇ ਨਾ ਸਿਰੇ ਕਿਤੇ ਨਾ ਕਿਤੇ ਜ਼ਿਆਦਾ ਗੰਭੀਰ ਹੋ ਜਾਂਦੀਆਂ ਨੇ। ਹਾਲਾਂਕਿ ਰਾਸ਼ਟਰੀ ਝੰਡੇ ਨੂੰ ਲੈ ਕੇ ਉਸ ਦੀ ਸ਼ਾਨ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਸ਼ਬਦਾਵਲੀ, ਜਦੋਂ ਵੀ ਕੋਈ ਗੀਤ ਸੰਗੀਤ ਜਾਂ ਫਿਰ ਉਸ ਨੂੰ ਚੜਾਇਆ ਜਾਵੇ, ਉਤਾਰਿਆ ਜਾਵੇ ਤਾਂ ਬੇਹੱਦ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਤਾਂ ਕੀ ਪੰਜਾਬ ਸਰਕਾਰ ਦੇ ਮੰਤਰੀ ਜਾਂ ਨੇਤਾ ਇਹ ਸਭ ਚੀਜ਼ਾਂ ਨੂੰ ਭੁੱਲ ਗਏ ਸੀ? ਹੁਣ ਵੱਡਾ ਸਵਾਲ ਖੜਾ ਹੋ ਚੱਲਿਆ ਹੈਗਾ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।